ਸ਼ਲੋਕ ਮਹਿਲਾ ਚੌਥਾ। ਮੈਂ ਮਨ ਤਨ ਖੋਜ ਖੁਜਿੰਦਿਆ, ਸੋ ਪ੍ਰਭ ਲੱਦਾ ਲੋੜ। ਬਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਮਹਿਲਾ ਤੀਜਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨ ਸੁਣਈ ਬਰੋਲ ਕਝੋਲਾ। ਗੁਰਮੁਖ ਜਾਪੈ ਸ਼ਬਦ ਲਿਵ ਲਾਏ, ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ। ਜੋ ਤਿਸ ਭਾਵੈ ਸੋ ਕਰੇ ਕਰਾਇਆ, ਨਾਨਕ ਵਜਦਾ ਜੰਤ ਬਜਾਇਆ। ਪੌੜੀ। ਤੂੰ ਕਰਤਾ ਸਭ ਕਿਛ ਜਾਣਦਾ, ਜੋ ਜੀਆਂ ਅੰਦਰ ਵਰਤੈ। ਤੂੰ ਕਰਤਾ ਆਪ ਅਗਣਤ ਹੈ, ਸਭ ਜਗ ਵਿੱਚ ਗਣਤ ਹੈ। ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤੈ। ਤੂੰ ਘਟ ਘਟ ਇੱਕ ਵਰਤਦਾ, ਸੱਚ ਸਾਹਿਬ ਚਲਤੈ। ਸਤਿਗੁਰ ਨ ਮਿਲੈ ਸੋ ਹਰਿ ਮਿਲੇ, ਨਾਹੀ ਕਿਸੈ ਪਰਤੈ। ਤੂੰ ਘਟ ਘਟ ਇੱਕ ਵਰਤਦਾ, ਸਭ ਵਰਤਦਾ ਸੱਚ ਸਾਹਿਬ ਚਲਤੈ। ਸਤਿਗੁਰ ਨ ਮਿਲੈ ਸੋ ਹਰਿ ਮਿਲੈ, ਨਾਹੀ ਕਿਸੈ ਪਰਤੈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋਂ ਬਹੁਤ ਹੀ ਵਡਭਾਗੇ ਆ, ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਵਿਚਾਰ ਗੌੜੀ ਕੀ ਬਾਰ ਮਹਿਲਾ ਚੌਥਾ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 313 ਅਤੇ 14। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਕੇ ਦਰਬਾਰ ਅੰਦਰ ਸਜ ਕੇ ਜੁੜ ਕੇ ਬੈਠੀ ਹੈ, ਸਾਰੀ ਸੰਗਤ ਸੁਰਤੀਆਂ ਬਿਰਤੀਆਂ ਕਰੋ ਇਕਾਗਰ। ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਦੇ ਸ਼ਲੋਕ ਅੰਦਰ ਸਮਝਾ ਰਹੇ ਨੇ। ਪਾਤਸ਼ਾਹ ਜੀ ਕਹਿ ਰਹੇ ਨੇ, ਮੈਂ ਮਨ ਤਨ ਖੋਜ ਖੁਜਿੰਦਿਆਂ, ਸੋ ਪ੍ਰਭ ਲੱਦਾ ਲੋੜ। ਬਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਬਿਸ਼ਟ ਦਾ ਅਰਥ ਹੈ ਜੀ ਵਿਚੋਲਾ। ਪਾਤਸ਼ਾਹ ਜੀ ਕਹਿ ਰਹੇ ਨੇ, ਮਨ ਅਤੇ ਸਰੀਰ ਨੂੰ ਖੋਜਦੇ ਹਾਂ
ਮੈਂ ਅੰਤ ਨੂੰ ਭਾਲ ਕੇ ਪ੍ਰਭੂ ਲੱਭ ਲਿਆ ਹੈ, ਪਰ ਮੈਂ ਆਪਣੇ ਬਲ ਦੇ ਆਸਰੇ ਲੱਭ ਨਹੀਂ ਸਕਦਾ ਸੀ। ਮੈਨੂੰ ਸਤਿਗੁਰੂ ਨੇ ਇੱਕ ਐਸਾ ਵਕੀਲ, ਇੱਕ ਐਸਾ ਵਿਚੋਲਾ ਦਿੱਤਾ ਜਿਸ ਦੀ ਕਿਰਪਾ ਦੇ ਨਾਲ, ਰਹਿਮਤ ਨਾਲ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲਿਆ। ਇੱਥੇ ਸਤਿਗੁਰੂ ਮਹਾਰਾਜ ਦੀ ਜਦੋਂ ਬਾਣੀ ਪੜ੍ਹਦੇ ਵਿਚਾਰਦੇ ਹਾਂ ਜੀ, ਸਤਿਗੁਰੂ ਮਹਾਰਾਜ ਦੀ ਬਾਣੀ ਦੇ ਅੰਦਰ ਇਹ ਬਚਨ ਆਪਾਂ ਪੜ੍ਹਦੇ ਹਾਂ, ਹਰ ਨਾਮੋ ਮੰਤਰ ਦ੍ਰਿੜਾਇੰਦਾ। ਜਦੋਂ ਨਾਮ ਵਾਲਾ ਮੰਤਰ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਤਾਂ ਹਉਮੈ ਦੇ ਰੋਗ ਕੱਟੇ ਜਾਂਦੇ ਨੇ। ਇਸ ਤਰ੍ਹਾਂ ਪੜ੍ਹਦੇ ਆਪਾਂ, ਬਿਸ਼ਟ ਗੁਰੂ ਪ੍ਰਭ ਆਇਆ। ਪਾਤਸ਼ਾਹ ਜੀ ਕਹਿ ਰਹੇ ਨੇ ਪਾਵਨ ਪਵਿੱਤਰ ਬਾਣੀ ਦੇ ਅੰਦਰ, ਇੱਥੇ ਆਪਾਂ ਜਿਹੜੀ ਵਿਚਾਰ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਐਸਾ ਬਿਸ਼ਟ ਗੁਰੂ ਮੈਂ ਪਾਇਆ। ਇਹੋ ਜਿਹਾ ਗੁਰੂ, ਇਹੋ ਜਿਹਾ ਵਿਚੋਲਾ ਗੁਰੂ ਮੈਨੂੰ ਮਿਲਿਆ ਜਿਹਨੇ ਵਿੱਚ ਕੋਈ ਓਹਲਾ ਨਹੀਂ ਰੱਖਿਆ। ਸੰਸਾਰਕ ਤੌਰ ਤੇ ਜਦੋਂ ਆਪਾਂ ਵਿਚੋਲੇ ਦੀ ਗੱਲ ਕਰਦੇ ਹਾਂ ਨਾ, ਵਿਚੋਲਾ ਜੋ ਰਿਸ਼ਤੇ ਨਾਤੇ ਜੋੜਦਾ, ਕਰਵਾਉਂਦਾ ਹੈ, ਸੰਸਾਰਕ ਤੌਰ ਤੇ ਕਈ ਵਾਰ ਆਪਾਂ ਵਿੱਚ ਬਹੁਤ ਓਹਲਾ ਰੱਖ ਲੈਂਦੇ ਹਾਂ, ਲੁਕੋ ਰੱਖ ਲੈਂਦੇ ਹਾਂ, ਅਸਲੀਅਤ ਨਹੀਂ ਦੱਸਦੇ। ਅਸਲ ਗੱਲ ਕੀ ਹੈ, ਅਸਲ ਸੱਚਾਈ ਕੀ ਹੈ, ਉਹ ਗੱਲ ਦੱਸੀ ਨਹੀਂ ਜਾਂਦੀ। ਬਾਣੀ ਦੇ ਵਿੱਚ ਵੀ ਸ਼ਬਦ ਬਹੁਤ ਵਾਰ ਤੁਸੀਂ ਪੜ੍ਹੋਗੇ, ਵਿਚਾਰੋਗੇ, ਵਿਚੋਲਾ, ਬਿਸ਼ਟ। ਪਾਤਸ਼ਾਹ ਜੀ ਕਹਿ ਰਹੇ ਨੇ ਇੱਥੇ ਪਾਵਨ ਪਵਿੱਤਰ ਬਾਣੀ ਦੇ ਅੰਦਰ, ਗੁਰੂ ਇੱਕ ਐਸਾ ਵਿਚੋਲਾ ਹੈ ਜੋ ਕੋਈ ਵੀ ਓਹਲਾ ਨਹੀਂ ਰੱਖਦਾ। ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਰਾਉਣ ਵਾਲਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦੀਦਾਰ ਕਰਾਉਣ ਵਾਲਾ ਗੁਰੂ ਇੱਕ ਐਸਾ ਵਿਚੋਲਾ ਹੈ ਜਿਹਨੇ ਕਦੇ ਕੋਈ ਵਿੱਚ ਓਹਲਾ ਨਹੀਂ ਰੱਖਿਆ। ਪਾਤਸ਼ਾਹ ਦਾ ਇੱਥੇ ਇਹੀ ਬਚਨ ਆਪਾਂ ਪੜ੍ਹ ਰਹੇ ਹਾਂ ਜੀ, ਮੈਂ ਮਨ ਤਨ ਖੋਜ ਖੁਜਿੰਦਿਆਂ, ਮਨ ਨੂੰ ਖੋਜ ਕੇ ਤਨ ਨੂੰ ਖੋਜ ਕੇ, ਸੋ ਪ੍ਰਭ ਲੱਧਾ ਲੋੜ ਜਿਸ ਦੀ ਮੈਂ ਭਾਲ ਕਰਦਾ ਸੀ। ਹੁਣ ਚੇਤੇ ਕਰਿਓ, ਮਹਾਰਾਜ ਨੇ ਮਨ ਅਤੇ ਤਨ ਨੂੰ ਖੋਜਣ ਵਾਸਤੇ ਕਿਉਂ ਕਿਹਾ? ਮਨ ਵੀ ਖੋਜ, ਤਨ ਵੀ ਖੋਜ। ਖੋਜ ਵਿੱਚੋਂ ਹੀ ਵਿਚਾਰ ਨਿਕਲਦੀ ਹੈ ਜੀ। ਜੇ ਆਪਾਂ ਹੱਥ ਤੇ ਹੱਥ ਧਰ ਕੇ ਬਹਿ ਜਾਵਾਂਗੇ ਜਾਂ ਕੋਈ ਕੰਮਕਾਰ ਨਹੀਂ ਕਰਾਂਗੇ ਜਾਂ ਕੋਈ ਸਮਝਾਂਗੇ, ਵਿਚਾਰਾਂਗੇ ਨਹੀਂ, ਫਿਰ ਕੁਝ ਨਹੀਂ ਪ੍ਰਾਪਤ ਹੁੰਦਾ। ਪਾਤਸ਼ਾਹ ਜੀ ਕਹਿੰਦੇ ਇੱਥੇ ਹੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਸਮਝਾ ਰਹੇ ਨੇ, ਮੈਂ ਮਨ ਤਨ ਖੋਜ ਖੁਜਿੰਦਿਆਂ, ਖੋਜ ਕਰਕੇ ਤਨ ਦੇ ਵਿੱਚੋਂ, ਮਨ ਦੇ ਵਿੱਚੋਂ ਉਸ ਪ੍ਰਭੂ ਨੂੰ ਭਾਲ ਲਿਆ, ਉਸ ਪ੍ਰਭੂ ਨੂੰ ਲੱਭ ਲਿਆ। ਸਮਝ ਆ ਗਈ ਉਹ ਰੱਬ, ਉਹ ਵਾਹਿਗੁਰੂ ਕਿਤੇ ਅਦਾਰੇ ਅੰਦਰ ਕੈਦ ਕੀਤਾ ਨਹੀਂ ਹੋਇਆ, ਕਿਤੇ ਜੰਗਲਾਂ ਦੇ ਵਿੱਚ ਨਹੀਂ ਹੈ, ਉਹ ਰੱਬ ਮੇਰੇ ਅੰਦਰ ਬੈਠਾ ਹੈ। ਉਸ ਰੱਬ ਦੀ ਪਛਾਣ ਗੁਰੂ ਰੋਜ਼ਾਨਾ ਕਰਾਉਂਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਅੰਦਰੋਂ ਆਪਣੇ ਆਪੇ ਦੀ ਪਛਾਣ ਕਰ, ਜਿਹਨੂੰ ਮਹਾਰਾਜ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਆਪ ਨੂੰ ਖੋਜਿਆ ਕਰ, ਆਪਣੇ ਆਪ ਤੋਂ ਲੱਭਿਆ ਕਰ। ਤੁਸੀਂ ਵੇਖੋ, ਅਸੀਂ ਧਾਰਮਿਕ ਤੌਰ ਤੇ ਰੱਬ ਦੇ ਨਾਂ ਤੇ ਕਨਫਿਊਜ਼ ਹੋ ਗਏ, ਚਿੰਤਾ ਦੇ ਵਿੱਚ ਪੈ ਗਏ, ਕਰਮਕਾਂਡਾਂ ਅਡੰਬਰਾਂ ਦੇ ਵਿੱਚ ਪੈ ਗਏ, ਕਿਉਂਕਿ ਸਹੀ ਮਾਰਗ, ਸਹੀ ਰਾਹ ਨਹੀਂ ਦਿਸ ਰਿਹਾ। ਜਦੋਂ ਬੰਦੇ ਨੂੰ ਮਾਰਗ ਨਾ ਦਿਸੇ ਨਾ, ਪੈਂਡਾ ਕਰਦੇ ਆਪਾਂ, ਸਫ਼ਰ ਕਰਦੇ, ਜਦੋਂ ਆਪਾਂ ਰਾਹ ਭੁੱਲ ਜਾਂਦੇ, ਬੰਦਾ ਕਿੰਨਾ ਪਰੇਸ਼ਾਨ ਹੁੰਦਾ ਹੈ ਵੀ ਅਸਲ ਰਾਹ ਤੇ ਮੈਂ ਚੱਲਿਆ ਨਹੀਂ, ਮੈਨੂੰ ਅਸਲ ਰਾਹ ਮਿਲਿਆ ਨਹੀਂ। ਜਦੋਂ ਅਸੀਂ ਧਰਮ ਵਾਲੇ ਪਾਸੇ ਗੱਲ ਕਰਾਂਗੇ, ਵਿਚਾਰਾਂਗੇ, ਧਾਰਮਿਕ ਤੌਰ ਤੇ ਵੀ ਸਾਨੂੰ ਸਹੀ ਮਾਰਗ ਦਿਸਿਆ ਨਹੀਂ ਹਾਲੇ ਤੱਕ। ਸਹੀ ਮਾਰਗ, ਸਹੀ ਰਾਹ ਦਿਸ ਨਹੀਂ ਰਿਹਾ। ਸਹੀ ਮਾਰਗ, ਰਾਹ ਕਦੋਂ ਦਿਸੇਗਾ? ਜਦੋਂ ਮੈਂ ਗੁਰੂ ਦਾ ਪੱਲਾ ਫੜ ਲਿਆ, ਜਦੋਂ ਮੈਂ ਸ਼ਬਦ ਦੀ ਵਿਚਾਰ ਨਾਲ ਜੁੜ ਗਿਆ, ਜਦੋਂ ਮੈਂ ਗਿਆਨ ਪ੍ਰਾਪਤ ਕਰ ਲਿਆ ਨਾ ਗੁਰੂ ਦੇ ਕੋਲੋਂ, ਫਿਰ ਮੈਨੂੰ ਮਾਰਗ ਸਹੀ ਦਿਸਣਾ ਹੈ। ਨਹੀਂ, ਮਾਰਗ ਨਹੀਂ ਦਿਸਣਾ। ਮੈਂ ਗੱਲ ਕਰਦਾ ਸੀ ਵੀ ਅਸੀਂ ਉਸ ਮਾਲਕ ਨੂੰ ਸਮਝਿਆ ਨਹੀਂ, ਵਿਚਾਰਿਆ ਨਹੀਂ, ਜਿਹਦੇ ਬਾਰੇ ਬਾਣੀ ਕਹਿੰਦੀ ਭਰਮੇ ਭੁੱਲੀ ਰੇਜੈ ਚੰਦਾ, ਨਹੀਂ ਚੀਨਿਆ ਪਰਮਾਨੰਦਾ।
ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ, ਭੂਮ ਸਾਣ ਕੀ ਭਸਮ ਲਗਾਈ, ਗੁਰਬਿਨ ਤਤ ਨ ਪਾਇਆ, ਕਾਏ ਜਪੋਰੇ ਕਾਏ ਤਪੋਰੇ ਕਾਏ ਬਲੋਬੋ ਪਾਣੀ। ਇਸ ਤਰ੍ਹਾਂ ਦੀ ਗੱਲ ਹੋਈ। ਮਹਾਰਾਜ ਕਹਿੰਦੇ ਜਿਵੇਂ ਪਾਣੀ ਨੂੰ ਰਿਟਕਦੇ ਨੇ ਲੋਕ। ਸੂਝਵਾਨ ਵਿਦਵਾਨ ਸੱਜਣ ਮਹਾਂਪੁਰਖ ਇੱਥੇ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਪਾਤਸ਼ਾਹ ਜੀ ਕਹਿੰਦੇ ਪਾਣੀ ਨੂੰ ਰਿਟਕ ਰਹੇ ਨੇ। ਇਹ ਜਿਹੜਾ ਤੇਰਾ ਫੋਕਾ ਜਪ ਹੈ, ਫੋਕਾ ਤਪ ਹੈ, ਪਾਣੀ ਅੰਦਰ ਮਧਾਣੀ ਹੈ। ਮੈਂ ਅਕਸਰ ਬੇਨਤੀ ਕਰਦਾ, ਗੁਰਮਤ ਨੇ, ਗੁਰਬਾਣੀ ਨੇ ਸਰੀਰ ਦੇ ਕਸ਼ਟ ਨੂੰ ਭਗਤੀ ਨਹੀਂ ਕਿਹਾ, ਸਰੀਰ ਨੂੰ ਕਸ਼ਟ ਦੇਣਾ ਬੰਦਗੀ ਨਹੀਂ ਕਿਹਾ। ਸਤਿਗੁਰ ਮਹਾਰਾਜ ਕਹਿੰਦੇ ਜੇ ਕੁਝ ਪ੍ਰਾਪਤ ਕਰਨਾ, ਜੇ ਕੁਝ ਲੱਭਣਾ, ਆਪਣੇ ਆਪੇ ਦੀ ਪਛਾਣ ਕਰ, ਆਪਣੇ ਮਨ ਨੂੰ ਸਾਫ਼ ਕਰ। ਜੰਜਾਲ ਮੈਲ ਮਨ ਉੱਤੇ ਲੱਗੀ ਹੋਈ ਹੈ। ਤਨ ਦੀ ਮੈਲ ਤਾਂ ਲੈ ਜਾਂਦੀ ਹੈ, ਉਤਰ ਜਾਂਦੀ ਹੈ, ਬੜੇ ਸਾਡੇ ਕੋਲ ਢੰਗ ਤਰੀਕੇ ਨੇ, ਪਰ ਮਨ ਦੀ ਮੈਲ ਕਦੋਂ ਉਤਾਰੇਗਾ? ਗੁਰਬਾਣੀ ਕਹਿੰਦੀ ਹੈ, ਪਾਤਸ਼ਾਹ ਜੀ ਕਹਿੰਦੇ ਨੇ ਮਨ ਦੀ ਮੈਲ ਉਤਾਰ, ਤਨ ਤਾਂ ਨਿਤ ਸਾਫ਼ ਕਰਦਾ, ਪਰ ਕਦੇ ਮਨ ਸਾਫ਼ ਨਹੀਂ ਕਰਿਆ। ਕਿੰਨੇ ਤੀਰਥ ਇਸ਼ਨਾਨਾਂ ਤੇ ਇਸ਼ਨਾਨ ਕਰ ਆਇਆ, ਕਿੰਨੇ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਲਈ, ਪਰ ਹਾਲੇ ਤੱਕ ਮਨ ਕੋਰਾ ਹੈ, ਹਾਲੇ ਤੱਕ ਮਨ ਸਾਫ਼ ਨਹੀਂ, ਮੈਲ ਨਾਲ ਭਰਿਆ ਹੋਇਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਮਨ ਤਨ ਖੋਜ ਖੁਜਿੰਦਿਆਂ, ਸੋ ਪ੍ਰਭ ਲੱਧਾ ਲੋੜ। ਮੈਂ ਆਪਣੇ ਮਨ ਰਾਹੀਂ ਤਨ ਰਾਹੀਂ ਇਹਨੂੰ ਖੋਜ ਕੇ ਭਾਲ ਕਰਕੇ ਪ੍ਰਭੂ ਲੱਭ ਲਿਆ। ਬਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਐਸਾ ਗੁਰੂ ਮੈਨੂੰ ਵਿਚੋਲਾ ਮਿਲਿਆ ਨਾ, ਜਿਸ ਗੁਰੂ ਵਿਚੋਲੇ ਨੇ ਉਸ ਆਤਮਾ ਦਾ ਮਿਲਾਪ ਪਰਮਾਤਮਾ ਨਾਲ ਕਰਾ ਦਿੱਤਾ। ਉਹ ਸਹੀ ਮਾਰਗ, ਸਹੀ ਰਾਹ ਮੈਨੂੰ ਦਿਖਾ ਦਿੱਤਾ। ਅੱਗੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਕਹਿ ਰਹੇ ਨੇ ਜੀ, ਤੀਸਰੇ ਪਾਤਸ਼ਾਹ ਜੀ ਕਹਿ ਰਹੇ ਨੇ, ਮਹੱਲਾ ਤੀਜਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਾ ਰੋਲ ਘਚੋਲਾ। ਮਾਇਆ ਧਾਰੀ ਪਾਤਸ਼ਾਹ ਜੀ ਕਹਿ ਰਹੇ ਨੇ, ਜਿਸ ਮਨੁੱਖ ਦੇ ਹਿਰਦੇ ਵਿੱਚ ਮਾਇਆ ਦਾ ਪਿਆਰ ਧਾਰਨ ਕੀਤਾ ਹੋਇਆ ਹੈ, ਮਹਾਰਾਜ ਕਹਿੰਦੇ ਉਹ ਸਤਿਗੁਰ ਵੱਲੋਂ ਅੰਨਾ ਤੇ ਬੋਲਾ ਹੈ। ਉਹਨੂੰ ਮਹਾਰਾਜ ਨੇ ਮਾਇਆ ਧਾਰੀ ਬੰਦੇ ਨੂੰ ਅੰਨਾ ਤੇ ਬੋਲਾ ਕਿਹਾ। ਅੱਗੇ ਮਹਾਰਾਜ ਕਹਿੰਦੇ ਭਾਵ ਨਾ ਸਤਿਗੁਰ ਦਾ ਦਰਸ਼ਨ ਕਰਕੇ ਪਤੀ ਸਕਦਾ ਹੈ, ਨਾ ਗੁਰੂ ਦਾ ਉਪਦੇਸ਼ ਸੁਣ ਕੇ ਉਹ ਮਨੁੱਖ ਸਤਿਗੁਰ ਦੇ ਸ਼ਬਦ ਵੱਲ ਧਿਆਨ ਦਿੰਦਾ ਹੈ। ਪਾਤਸ਼ਾਹ ਜੀ ਕਹਿੰਦੇ ਮਾਇਆ ਦਾ ਖਪਾਉਣ ਵਾਲਾ ਭਾਵ ਸਿਰਦਰਦੀ ਕਰਵਾਉਣ ਵਾਲਾ ਰੌਲਾ ਬਹੁਤ ਪਸੰਦ ਕਰਦਾ ਹੈ। ਨਹੀਂ ਤੇ ਸ਼ਬਦ ਵਰਤਿਆ ਜੀ ਮਾਇਆ ਧਾਰੀ। ਹੁਣ ਇਹਨੂੰ ਧਿਆਨ ਨਾਲ ਸਮਝਿਓ, ਬਾਣੀ ਦੇ ਅੰਦਰ ਇਹ ਸ਼ਬਦ ਬਹੁਤ ਵਾਰ ਆਉਣਗੇ। ਮਾਇਆ ਧਾਰੀ ਪਤਾ ਕੌਣ ਹੈ? ਜਿਹਦੇ ਕੋਲ ਪੈਸਾ ਹੈ, ਜਿਹਦੇ ਕੋਲ ਪਦਾਰਥ ਨੇ। ਬੰਦੇ ਕੋਲ ਪੈਸਾ ਹੋਣਾ, ਪਦਾਰਥ ਹੋਣੇ, ਪ੍ਰਾਪਰਟੀ ਹੋਣੀ ਕੋਈ ਮਾੜੀ ਗੱਲ ਨਹੀਂ ਹੈ, ਚੰਗਾ ਹੈ। ਕਿਸੇ ਕੋਲ 4 ਪੈਸੇ ਨੇ, ਕਿਸੇ ਕੋਲ ਵਧੀਆ ਪ੍ਰਾਪਰਟੀ ਹੈ, ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਸਕਦਾ ਬੰਦਾ। ਉਹ ਜੇ ਬੰਦਾ ਆਪ ਰੱਜਿਆ ਹੋਵੇਗਾ ਤਾਂ ਹੀ ਦੂਜੇ ਨੂੰ ਰਜਾ ਸਕਦਾ ਨਾ। ਹੁਣ ਇੱਥੇ ਮਾਇਆ ਧਾਰੀ ਕਿਹਨੂੰ ਕਿਹਾ? ਮੈਂ ਅਕਸਰ ਬੇਨਤੀ ਕਰਦਾ, ਗੁਰਬਾਣੀ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਅਸੀਂ ਜੇ ਮਿਹਨਤ ਕਰਦੇ ਹਾਂ, ਮਸ਼ੱਕਤ ਕਰਦੇ ਹਾਂ, ਪੈਸੇ ਕਮਾਉਂਦੇ ਹਾਂ, ਤਾਂ ਹੀ ਪਰਿਵਾਰ ਪਲਦਾ ਹੈ। ਸਾਡੇ ਕੋਲ 4 ਪੈਸੇ ਜੋੜੇ ਹੋਏ ਨੇ, ਉਹਨੂੰ ਆਪਾਂ ਮਾਇਆ ਧਾਰੀ ਨਹੀਂ ਕਹਿ ਸਕਦੇ। ਮਾਇਆ ਧਾਰੀ ਪਤਾ ਕੌਣ ਹੁੰਦਾ ਹੈ? ਜਿਹਦੇ ਅੰਦਰੋਂ, ਜਿਸ ਅੰਦਰ ਸਵਾਰਥ ਨੇ ਜਨਮ ਲੈ ਲਿਆ, ਉਹ ਬੰਦਾ ਮਾਇਆ ਧਾਰੀ। ਸਵਾਰਥੀ ਬੰਦਾ ਕੌਣ ਹੁੰਦਾ ਹੈ? ਉਹਨੂੰ ਕੇਵਲ ਆਪਣੇ ਸਵਾਰਥ ਤੱਕ ਮਤਲਬ ਹੈ, ਇਨਸਾਨੀਅਤ ਨਾਤੇ ਉਹਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ। ਉਹ ਠੱਗੀ ਮਾਰ ਕੇ, ਬੇਈਮਾਨਾ ਕਰਕੇ, ਕਰਪਟ ਪੁਣਾ ਕਰਕੇ ਬਸ ਮਾਇਆ ਇਕੱਠੀ ਕਰ ਲਈ। ਪਾਤਸ਼ਾਹ ਜੀ ਕਹਿੰਦੇ ਸ਼ਬਦ ਨਹੀਂ ਸੁਣਦਾ, ਆਪਣਾ ਰੋਲ ਘਚੋਲਾ ਪਾ ਕੇ ਰੱਖਦਾ ਹੈ। ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਮਾਇਆ ਦਾ ਜ਼ਿਕਰ ਬਹੁਤ ਵਾਰ ਕੀਤਾ, ਮਾਇਆ ਧਾਰੀ ਦਾ ਜ਼ਿਕਰ ਕੀਤਾ। ਪਾਤਸ਼ਾਹ ਜੀ ਕਹਿੰਦੇ ਜਦੋਂ ਮਨੁੱਖ ਦਾ ਮਨ ਗਲਤ ਪਾਸੇ ਚੱਲ ਪੈਂਦਾ ਹੈ, ਕਿਸੇ ਪਦਾਰਥ ਦੀ, ਕਿਸੇ ਪੈਸੇ ਦੀ, ਕਿਸੇ ਵੀ ਚੀਜ਼ ਦੀ ਜਦੋਂ ਖਿੱਚ, ਗਲਤ ਖਿੱਚ ਬਣ ਜਾਂਦੀ ਹੈ ਨਾ, ਉਦੋਂ ਇਹ ਮਾਇਆ ਧਾਰੀ ਬਣ ਜਾਂਦਾ ਹੈ। ਮਾਇਆ ਧਾਰੀ ਹੋ ਕੇ ਮਹਾਰਾਜ ਕਹਿੰਦੇ ਇਹ ਅੰਨਾ ਤੇ ਬੋਲਾ ਬਣ ਜਾਂਦਾ ਹੈ।
ਆਪਾਂ ਕਹਿੰਦੇ ਆ ਕਈ ਵਾਰ ਪੈਸਾ ਬੰਦੇ ਦੀ ਮੱਤ ਮਾਰ ਦਿੰਦਾ। ਅਕਸਰ ਸਿਆਣੇ ਸੂਝਵਾਨ ਬਜ਼ੁਰਗ, ਸਿਆਣੇ ਲੋਕ, ਵਿਦਵਾਨ ਲੋਕ ਇਹ ਗੱਲਾਂ ਕਰਦੇ ਨੇ ਵੀ ਪੈਸਾ ਬੰਦੇ ਦੀ ਮੱਤ ਮਾਰਦਾ, ਕਿਉਂਕਿ ਕਈ ਵਾਰ ਜਦੋਂ ਸਵਾਰਥ ਉੱਪਰ ਆ ਜਾਂਦਾ ਫਿਰ ਇਕੱਲਾ ਪੈਸਾ ਦਿੰਦਾ, ਬੰਦੇ ਦੀਆਂ ਕਦਰਾਂ ਕੀਮਤਾਂ, ਬੰਦੇ ਦਾ ਕੀਤਾ ਕੰਮ ਸਭ ਕੁਝ ਅਸੀਂ ਭੁਲਾ ਦਿੰਦੇ ਹਾਂ। ਵੀ ਸਾਡੇ ਲਈ ਫਲਾਣਾ ਬੰਦਾ ਕਦੇ ਖੜਿਆ ਸੀ, ਸਾਡੇ ਲਈ ਇਸ ਬੰਦੇ ਨੇ ਕੁਝ ਕੀਤਾ ਸੀ। ਮਹਾਰਾਜ ਕਹਿੰਦੇ ਉਹ ਅੰਨਾ ਤੇ ਅੰਨਾ ਵੀ ਹੋ ਗਿਆ ਤੇ ਬੋਲਾ ਵੀ ਹੋ ਗਿਆ। ਅੰਨਾ ਕਿਹਨੂੰ ਕਿਹਾ ਜਾਂਦਾ? ਜਿਹਨੂੰ ਦਿਸਦਾ ਨਹੀਂ ਹੁੰਦਾ। ਆਪਾਂ ਕਹਿੰਦੇ ਅੰਨਾ ਏ, ਇਹਨੂੰ ਕੁਝ ਦਿਸਦਾ ਨਹੀਂ। ਮਾਇਆਧਾਰੀ ਬੰਦਾ ਕਿਵੇਂ ਅੰਨਾ ਹੁੰਦਾ ਹੈ? ਮਾਇਆਧਾਰੀ ਬੰਦਾ ਸੁਰਤ ਕਰਕੇ ਵੀ ਅੰਨਾ ਹੈ, ਮਨ ਕਰਕੇ ਵੀ ਅੰਨਾ ਹੈ, ਦਿਮਾਗ ਕਰਕੇ ਅੰਨਾ ਹੋ ਗਿਆ। ਅੱਖਾਂ ਤਾਂ ਉਹਦੀਆਂ ਦਿਸਦੀਆਂ ਨੇ ਪਰ ਅੰਨਾ ਹੋ ਗਿਆ। ਜੇ ਉਹਦੇ ਸਾਹਮਣੇ ਕੁਝ ਵੀ ਹੁੰਦਾ ਨਾ, ਅੱਖਾਂ ਮੀਟ ਲੈਂਦਾ। ਆਪਣਾ ਸਵਾਰਥ ਅੱਗੇ ਉਹਦਾ, ਪੈਸੇ ਇਕੱਠੇ ਕਰਨ ਤੇ ਲੱਗ ਪਿਆ। ਮਹਾਰਾਜ ਕਹਿੰਦੇ ਬੋਲਾ ਕਿਹਨੂੰ ਕਿਹਾ? ਬੋਲਾ ਉਹਨੂੰ ਕਿਹਾ ਜਾਂਦਾ ਜਿਹਨੂੰ ਸੁਣਦਾ ਨਹੀਂ ਹੁੰਦਾ ਜੀ, ਜਿਹਨੂੰ ਉੱਚਾ ਸੁਣਦਾ ਜਾਂ ਜਮੀ ਸੁਣਦਾ ਨਹੀਂ। ਆਪਾਂ ਕਹਿੰਦੇ ਬੋਲਾ ਹੋ ਗਿਆ ਇਹਨੂੰ ਸੁਣਦਾ ਨਹੀਂ। ਮਾਇਆਧਾਰੀ ਬੰਦੇ ਨੂੰ ਵੀ ਕੁਝ ਸੁਣਦਾ ਨਹੀਂ ਹੈ। ਆਪਣਾ ਸਵਾਰਥ ਉਹਦਾ ਅੱਗੇ ਹੁੰਦਾ, ਉਹਦੇ ਭਾਵੇਂ ਕੁਝ ਮਰਜ਼ੀ ਹੋਵੇ ਕੁਝ ਮਰਜ਼ੀ ਨਾ ਹੋਵੇ, ਉਹਨੇ ਆਪਣਾ ਸਵਾਰਥ ਅੱਗੇ ਰੱਖਣਾ। ਅੱਗੇ ਮਹਾਰਾਜ ਕਹਿੰਦੇ ਸ਼ਬਦ ਨਾ ਸੁਣਈ ਬਹੁ ਰੋਲ ਘਚੋਲਾ। ਅੰਨਾ ਤੇ ਬੋਲਾ ਬੰਦਾ ਮਹਾਰਾਜ ਕਹਿੰਦੇ ਸ਼ਬਦ ਨਹੀਂ ਸੁਣਦਾ, ਗੁਰੂ ਦਾ ਗਿਆਨ ਪ੍ਰਾਪਤ ਨਹੀਂ ਕਰਦਾ, ਆਪਣਾ ਰੋਲ ਘਚੋਲਾ ਆਪਣੀ ਮਾਇਆ ਦੀ ਖਪਤ ਵਿੱਚ ਖਪਿਆ ਰਹਿੰਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਗੁਰਮੁਖ ਜਾਪੈ ਸ਼ਬਦ ਲਿਵ ਲਾਏ, ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ। ਇੱਕ ਗੁਰਮੁਖ ਵਿਅਕਤੀ ਹੈ, ਗੁਰੂ ਦੇ ਰਾਹ ਤੇ ਚੱਲਣ ਵਾਲਾ, ਸਤਿਗੁਰ ਦੇ ਸਨਮੁਖ ਰਹਿਣ ਵਾਲਾ। ਪਾਤਸ਼ਾਹ ਜੀ ਕਹਿੰਦੇ ਉਹ ਇਉਂ ਦਿਸ ਪੈਂਦਾ ਹੈ, ਗੁਰੂ ਦੇ ਸ਼ਬਦ ਵਿੱਚ ਬਿਰਤੀ ਜੋੜਦਾ ਹੈ। ਉਹ ਗੁਰੂ ਦੇ ਸ਼ਬਦ ਅੰਦਰ ਬਿਰਤੀ ਜੋੜਦਾ, ਧਿਆਨ ਜੋੜਦਾ, ਪ੍ਰਮਾਤਮਾ ਦਾ ਨਾਮ ਸੁਣ ਕੇ ਉਸ ਨੂੰ ਸਿਜਦਾ ਕਰਦਾ ਅਤੇ ਪਰਮਾਤਮਾ ਦੇ ਨਾਮ ਵਿੱਚ ਹੀ ਲੀਨ ਰਹਿੰਦਾ ਹੈ। ਇੱਕ ਗੁਰਮੁਖ ਵਿਅਕਤੀ ਦੀ ਗੱਲ ਕੀਤੀ ਹੈ, ਇੱਕ ਮਾਇਆਧਾਰੀ ਦੀ ਗੱਲ ਕੀਤੀ ਹੈ। ਮਾਇਆਧਾਰੀ ਬੰਦਾ ਸਵਾਰਥੀ ਹੁੰਦਾ, ਉਹਨੂੰ ਆਪਣੇ ਸਵਾਰਥ ਤੱਕ ਮਤਲਬ ਹੈ। ਗੁਰਮੁਖ ਬੰਦਾ, ਗੁਰਮੁਖ ਪਿਆਰਾ, ਗੁਰੂ ਦੇ ਦੱਸੇ ਰਾਹ ਤੇ ਚੱਲਦਾ, ਗੁਰੂ ਦੱਸੀ ਕਾਰ ਕਮਾਉਂਦਾ। ਇੰਨਾ ਅੰਤਰ ਹੁੰਦਾ ਜੀ। ਅੱਗੇ ਪੌੜੀ ਦੇ ਅੰਦਰ ਸਤਿਗੁਰੂ ਜੀ ਸਮਝਾ ਰਹੇ ਨੇ ਜੀ। ਪਾਤਸ਼ਾਹ ਜੀ ਅਗਲਾ ਜਿਹੜਾ ਆਪਾਂ ਪੱਖ ਵਿਚਾਰਨਾ ਹੈ, ਮਹਾਰਾਜ ਕਹਿ ਰਹੇ ਨੇ ਜੋ ਤਿਸ ਭਾਵੈ ਸੋ ਕਰੇ ਕਰਾਇਆ, ਨਾਨਕ ਬਜਦਾ ਜੰਤ ਬਜਾਇਆ। ਮਾਇਆਧਾਰੀ ਜਾਂ ਗੁਰਮੁਖ, ਮਹਾਰਾਜ ਕਹਿੰਦੇ ਸੰਸਾਰ ਅੰਦਰ ਮਾਇਆਧਾਰੀ ਵੀ ਬਹੁਤ ਨੇ, ਸੰਸਾਰ ਅੰਦਰ ਗੁਰਮੁਖ ਵਿਅਕਤੀ ਵੀ ਬਹੁਤ ਨੇ। ਹੇ ਵਾਹਿਗੁਰੂ, ਜੋ ਤੈਨੂੰ ਚੰਗਾ ਲੱਗਦਾ, ਜੋ ਤੈਨੂੰ ਭਾ ਗਿਆ, ਦੁਨੀਆ ਦੇ ਅੰਦਰ ਸੰਸਾਰ ਦੇ ਅੰਦਰੋਂ ਵਰਤ ਰਿਹਾ, ਹੋ ਰਿਹਾ, ਜੋ ਤੈਨੂੰ ਚੰਗਾ ਲੱਗਿਆ, ਜੋ ਤੈਨੂੰ ਭਾ ਗਿਆ, ਉਹ ਸੰਸਾਰ ਅੰਦਰ ਕੰਮ ਹੋ ਰਿਹਾ ਹੈ। ਹੇ ਨਾਨਕ, ਜੀਵ ਬਾਜੇ ਵਾਂਗ ਵਜਾਇਆ ਵੱਜਦਾ, ਭਾਵ ਬੁਲਾਇਆ ਬੋਲਦਾ ਹੈ। ਮਾਇਆਧਾਰੀਆਂ ਦੇ ਅੰਦਰ ਵੀ ਤੂੰ ਹੈ, ਗੁਰਮੁਖਾਂ ਦੇ ਅੰਦਰ ਵੀ ਤੂੰ ਹੈ। ਜਿਵੇਂ ਤੇਰਾ ਉਪਦੇਸ਼ ਹੈ, ਜਿਵੇਂ ਤੇਰਾ ਸੁਨੇਹਾ ਹੈ, ਉਹ ਸੁਨੇਹੇ ਮੁਤਾਬਕ ਮਨੁੱਖ ਜ਼ਿੰਦਗੀ ਬਤੀਤ ਕਰੀ ਜਾ ਰਿਹਾ ਹੈ। ਮਨੁੱਖ ਆਪਣਾ ਨਿਰੰਤਰ ਕੰਮ ਕਰੀ ਜਾ ਰਿਹਾ ਹੈ। ਸਤਿਗੁਰ ਮਹਾਰਾਜ ਇਹੀ ਇੱਥੇ ਵਿਚਾਰ ਦੇ ਰਹੇ ਨੇ ਜੀ। ਅੱਗੇ ਪੌੜੀ ਦੇ ਅੰਦਰ ਕਹਿ ਰਹੇ ਨੇ ਤੂੰ ਕਰਤਾ ਸਭ ਕੁਛ ਜਾਣਦਾ, ਜੋ ਜੀਆਂ ਅੰਦਰ ਵਰਤੈ, ਤੂੰ ਆਪ ਅਗਣਤ ਹੈ, ਸਭ ਜਗ ਵਿੱਚ ਗਣਤ ਹੈ। ਪਾਤਸ਼ਾਹ ਜੀ ਇਸ ਪੌੜੀ ਦੇ ਅੰਦਰ ਕਹਿ ਰਹੇ ਨੇ ਜੀ, ਹੇ ਸਿਰਜਣਹਾਰ ਪ੍ਰਮਾਤਮਾ ਜੀਓ, ਵਾਹਿਗੁਰੂ ਜੀਓ, ਜੋ ਕੁਝ ਜੀਵਾਂ ਦੇ ਮਨ ਵਿੱਚ ਵਰਤਦਾ ਹੈ, ਭਾਵ ਫੁਰਨੇ ਫੁਰਦੇ ਨੇ, ਉਹ ਸਾਰਾ ਤੂੰ ਜਾਣਦਾ ਹੈ। ਸਾਰਾ ਸੰਸਾਰ ਹੀ ਇਸ ਗਣਤ ਦੇ ਲਾਹੇ ਤੋਟੇ ਦੀ ਵਿਚਾਰ ਚਿੰਤਾ ਦੇ ਫੁਰਨੇ ਵਿੱਚ ਹੀ, ਹੇ ਸਿਰਜਣਹਾਰ, ਇੱਕ ਤੂੰ ਇਸ ਤੋਂ ਪਰੇ ਹੈ। ਪਾਤਸ਼ਾਹ ਜੀ ਇੱਥੇ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ ਜੀ, ਤੂੰ ਕਰਤਾ ਸਭ ਕੁਛ ਜਾਣਦਾ, ਜੋ ਜੀਆਂ ਅੰਦਰ ਵਰਤੈ।
ਸਾਡੇ ਅੰਦਰ ਜੋ ਵਰਤ ਰਿਹਾ ਬੰਦੇ ਦੇ ਫੁਰਨੇ ਨੇ ਜੀ, ਬੰਦੇ ਦੇ ਖਿਆਲ ਨੇ। ਪਤਾ ਨਹੀਂ ਕਿਹੜਾ ਫੁਰਨਾ ਬੰਦਾ ਲੈਂਦਾ, ਕਿਹੜੇ ਖਿਆਲ ਬੰਦਾ ਲੈਂਦਾ, ਕਿਹੜੇ ਖਿਆਲਾਂ ਵਿੱਚ ਜੀ ਰਿਹਾ। ਹੁਣ ਅਸੀਂ ਕਿਸੇ ਇੱਕ ਦੂਜੇ ਦੇ ਖਿਆਲਾਂ ਨੂੰ ਥੋੜ੍ਹੀ ਜਾਣ ਸਕਦੇ ਹਾਂ। ਹਾਂ, ਬੰਦੇ ਦੇ ਨਾਲ ਗੱਲਬਾਤ ਕਰਕੇ ਉਹਦੀ ਭਾਵਨਾ ਨੂੰ, ਉਹਦੇ ਵਿਚਾਰਾਂ ਨੂੰ ਆਪਾਂ ਸਮਝ ਸਕਦੇ ਹਾਂ ਵੀ ਇਹਦੀ ਭਾਵਨਾ ਕੀ ਹੈ, ਇਹਦੇ ਵਿਚਾਰ ਕੀ ਨੇ। ਪਰ ਅਕਾਲ ਪੁਰਖ ਵਾਹਿਗੁਰੂ ਬਾਰੇ ਇੱਕ ਗੱਲ ਬੜੀ ਪਿਆਰੀ ਆਖੀ, ਹੇ ਵਾਹਿਗੁਰੂ, ਜੀਆਂ ਦੇ ਅੰਦਰ, ਮਨੁੱਖਾਂ ਦੇ ਅੰਦਰ ਜੋ ਕੁਝ ਵਰਤ ਰਿਹਾ ਨਾ, ਤੂੰ ਸਭ ਕੁਝ ਜਾਣਦਾ। ਇਸ ਕਰਕੇ ਮਹਾਰਾਜ ਕਹਿੰਦੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅੰਤਰਜਾਮੀ ਕਿਉਂ ਕਿਹਾ? ਅੰਦਰ ਦੀ ਜਾਣਨ ਵਾਲਾ ਪਰਮਾਤਮਾ ਹੈ। ਬੰਦਾ ਨਹੀਂ ਜਾਣਦਾ ਜੀ, ਮਨੁੱਖ ਨਹੀਂ ਜਾਣਦਾ। ਹਾਂ, ਇੱਥੇ ਸੰਸਾਰ ਅੰਦਰ ਬਹੁਤ ਲੋਕ ਐਸਾ ਦਾਅਵਾ ਕਰਦੇ ਨੇ ਵੀ ਅਸੀਂ ਭਵਿੱਖ ਦੱਸ ਦਿਆਂਗੇ, ਅਸੀਂ ਬੰਦੇ ਨਾਲ ਜੋ ਕੁਝ ਵਾਪਰਦਾ ਦੱਸ ਦਿੰਦੇ ਹਾਂ। ਇਹ ਸਭ ਕੁਝ ਪਖੰਡ ਆ, ਆਪੋ ਆਪਣੇ ਦੁਕਾਨਾਂ ਚਲਾਈਆਂ ਹੋਈਆਂ ਨੇ। ਹੁੰਦੀ ਆ ਜੀ, ਬਹੁਤ ਲੋਕ ਪੁੱਛਾ ਲੈਣ ਜਾਂਦੇ ਨੇ ਕਾਹਦੇ ਵਾਸਤੇ, ਵੀ ਸਾਡੇ ਨਾਲ ਇਹ ਵਾਪਰ ਗਿਆ, ਕਿਉਂ ਵਾਪਰਿਆ, ਇਹਦੇ ਬਾਰੇ ਦੱਸੋ, ਕਿਉਂ ਵਾਪਰਿਆ, ਕਿਉਂ ਗੱਲ ਇਹ ਵਾਪਰੀ। ਇੱਕ ਪਾਸੇ ਆਪਾਂ ਪੜ੍ਹਦੇ ਹਾਂ ਵੀ ਅੰਤਰਜਾਮੀ ਤਾਂ ਪਰਮਾਤਮਾ, ਪਰ ਅਸੀਂ ਬੰਦੇ ਨੂੰ ਅੰਤਰਜਾਮੀ ਮੰਨ ਕੇ ਬੈਠੇ ਹਾਂ। ਇਹ ਤਾਂ ਤੀਰ ਤੁੱਕੇ ਨੇ ਜੀ। ਜੇ ਆਪਾਂ ਅਕਸਰ ਵੇਖਦੇ ਹਾਂ, ਇਹ ਚੱਲ ਗਿਆ ਤਾਂ ਤੀਰ ਬਣ ਜਾਂਦਾ, ਨਹੀਂ ਤੁੱਕਾ ਤਾਂ ਬੰਦਾ ਲਾਉਂਦਾ ਹੀ ਆ। ਐਸੇ ਲੋਕ ਬਹੁਤ, ਸਾਡਾ ਜਿਹੜਾ ਸਮਾਜ ਆ ਨਾ, ਇਸ ਤਾਣੇ ਬਾਣੇ ਅੰਦਰ ਉਲਝਿਆ ਹੋਇਆ, ਨਿਕਲ ਨਹੀਂ ਰਿਹਾ। ਆਪਾਂ ਕਿੰਨੇ ਵਾਰ ਵਿਚਾਰ ਕਰਦੇ ਹਾਂ, ਗੁਰਬਾਣੀ ਵਿੱਚ ਪੜ੍ਹਦੇ ਵੀ ਮਹਾਰਾਜ ਇਹਨਾਂ ਚੀਜ਼ਾਂ ਤੋਂ ਵਰਜਦੇ ਨੇ, ਭਾਈ ਬੱਚੋ, ਪਰ ਸਾਡੇ ਸਮਾਜ ਦੀ ਇਹ ਹਾਲਤ ਹੈ। ਅਸੀਂ ਦੁਬਾਰਾ ਫਿਰ ਉਸੇ ਖੱਡ ਵਿੱਚ ਡਿੱਗਣਾ ਚਾਹੁੰਦੇ ਹਾਂ, ਲੁੱਟ ਕਰਾਉਣਾ ਚਾਹੁੰਦੇ ਹਾਂ। ਆਪਣੀ ਕਮਾਇਆ ਮਿਹਨਤ ਮੁਸ਼ਕਤ ਨਾਲ ਪੈਸਾ ਅਸੀਂ ਇਸ ਤਰ੍ਹਾਂ ਲੁਟਾ ਰਹੇ ਹਾਂ, ਅੱਖਾਂ ਮਿਟਾ ਕੇ। ਪਾਤਸ਼ਾਹ ਜੀ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਉਹ ਅੰਤਰਜਾਮੀ ਹੈ ਜੋ ਸਭ ਦੇ ਦਿਲਾਂ ਦੀ ਜਾਣਦਾ। ਤੂੰ ਕਰਤਾ ਆਪ ਅਗਣਤ ਹੈ, ਸਭ ਜੱਗ ਵਿੱਚ ਗਣਤੇ। ਵਾਹਿਗੁਰੂ ਤੂੰ ਅਗਣਤ ਹੈ, ਸੰਸਾਰ ਅੰਦਰ ਵਰਤਨਿਆ, ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤ ਹੈ। ਜੋ ਸੰਸਾਰ ਅੰਦਰ ਵਰਤ ਰਿਹਾ ਨਾ, ਤੇਰਾ ਕੀਤਾ ਹੋਇਆ, ਤੇਰੀ ਬਣਤ ਬਣਾਈ ਹੋਈ ਹੈ। ਤੂੰ ਘਟ ਘਟ ਇੱਕ ਵਰਤਦਾ, ਸੱਚ ਸਾਹਿਬ ਚਲਤ ਹੈ। ਹਰੇਕ ਘਟ ਦੇ ਅੰਦਰ, ਹਰੇਕ ਹਿਰਦੇ ਦੇ ਅੰਦਰ ਤੂੰ ਵਸਿਆ ਹੋਇਆ। ਸਤਿਗੁਰ ਨੋ ਮਿਲੇ ਸੋ ਹਰ ਮਿਲੇ, ਨਾ ਹੀ ਕਿਸੇ ਪਰਤੈ। ਪਾਤਸ਼ਾਹ ਜੀ ਕਹਿ ਰਹੇ ਨੇ ਅਖੀਰ ਦੇ ਵਿੱਚ, ਜੋ ਮਨੁੱਖ ਸਤਿਗੁਰੂ ਨੂੰ ਮਿਲਿਆ ਹੈ, ਉਸੇ ਨੇ ਹੀ ਪ੍ਰਮਾਤਮਾ ਨੂੰ ਲੱਭ ਲਿਆ, ਅਤੇ ਮਾਇਆ ਦੇ ਅਡੰਬਰਾਂ ਤੋਂ ਉਹਨਾਂ ਨੂੰ ਪ੍ਰਮਾਤਮਾ ਵੱਲ ਪਰਤਾਇਆ ਹੈ। ਪ੍ਰਮਾਤਮਾ ਨਾਲ ਸਾਂਝ ਪਾਈਏ। ਗੁਰੂ ਕਿਰਪਾ ਕਰੇ ਜੀ। ਇਸ ਲੜੀਵਾਰ ਵਿਚਾਰ ਜਿਹੜੀ ਆਪਾਂ ਇੱਕ ਰੂਟੀਨ ਦੇ ਵਿੱਚ ਕਰਦੇ ਹਾਂ, 314 ਅੰਕ ਤੇ ਪਹੁੰਚੇ ਹਾਂ ਜੀ ਆਪਾਂ। ਲੜੀਵਾਰ ਇਹ ਵਿਚਾਰ ਜਿਹੜੀ ਆਪਾਂ ਕਰ ਰਹੇ ਸੀ, 24 ਨੰਬਰ ਪੌੜੀ ਹੈ ਲੜੀਵਾਰ। ਗੁਰੂ ਕਿਰਪਾ ਕਰੇ। ਆਓ ਗੁਰਮੁਖ ਪਿਆਰਿਓ, ਆਪਾਂ ਜਿਹੜੀ ਰੋਜ਼ਾਨਾ ਗੱਲ ਕਰਦੇ ਹਾਂ ਇਤਿਹਾਸ ਬਾਰੇ, ਸਾਖੀਆਂ ਨੂੰ ਵਿਚਾਰਦੇ ਹਾਂ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਵਿੱਚ ਕੁਝ ਸਿੱਖਦੇ ਹਾਂ, ਪੜ੍ਹਦੇ ਹਾਂ। ਕੱਲ ਆਪਾਂ ਜੋ ਵਿਚਾਰ ਕਰ ਰਹੇ ਸੀ, ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਬਹਿੰਦੇ ਨੇ, ਬਹੁਤ ਨਵੇਕਲੇ ਤੇ ਬਹੁਤ ਵੱਡੇ ਕਾਰਜ ਕਰਦੇ ਨੇ। ਦਰਬਾਰ ਸਾਹਿਬ ਦੀ ਉਸਾਰੀ ਦੀ ਗੱਲ ਕਰ ਲਓ, 52 ਕਿੱਤਿਆਂ ਦੀ ਗੱਲ ਕਰ ਲਓ, ਮਸੰਦ ਪ੍ਰਥਾ ਦੀ ਗੱਲ ਕਰ ਲਓ। ਅੱਜ ਆਪਾਂ ਗੱਲ ਕਰਾਂਗੇ, ਗੁਰੂ ਰਾਮਦਾਸ ਮਹਾਰਾਜ ਨੇ ਧਰਮ ਪ੍ਰਚਾਰ ਦੇ ਲਈ ਯਤਨ ਕੀਤੇ। ਜਿਵੇਂ ਆਪਾਂ ਪਿੱਛੇ ਵਿਚਾਰਦੇ ਆ, ਪੜ੍ਹਦੇ ਹਾਂ, ਗੁਰੂ ਨਾਨਕ ਬਾਬਾ ਜੀ ਨੇ ਬਹੁਤ ਲੰਮੀਆਂ ਉਦਾਸੀਆਂ ਕੀਤੀਆਂ ਨੇ। ਇਤਿਹਾਸ ਵਿੱਚ ਉਦਾਸੀਆਂ ਵੀ ਕਿਹਾ, ਪ੍ਰਚਾਰ ਦੌਰੇ ਕਿਹਾ। ਮੈਂ ਬਹੁਤ ਬਾਰੇ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਵੀ ਬਾਬਾ ਨਾਨਕ ਇੱਕ ਬਹੁਤ ਵੱਡੇ ਪਰਿਵਾਰ ਵਿੱਚ ਪੈਦਾ ਹੋਇਆ। ਆਰਥਿਕ ਤੌਰ ਤੇ ਬਹੁਤ ਅਮੀਰ ਹੈ ਬਾਬਾ, ਬਹੁਤ ਸਹੂਲਤਾਂ ਨੇ। ਇੱਕ ਪਟਵਾਰੀ ਦਾ ਪੁੱਤਰ ਆ। ਮਹਾਰਾਜ ਨੇ ਸਾਰੀਆਂ ਸਹੂਲਤਾਂ ਨੂੰ ਪਾਸੇ ਰੱਖ ਕੇ ਇੱਕ ਮਨ ਦਾ ਜੋ ਟੀਚਾ ਕਹਿ ਲਓ, ਇੱਕ ਏਮ ਕਹਿ ਲਓ, ਮਿਥਿਆ ਹੋਇਆ, ਉਹ ਸਮਾਜ ਨੂੰ ਕੁਝ ਦੇਣ ਵਾਸਤੇ ਮਹਾਰਾਜ ਨੇ ਪ੍ਰਚਾਰ ਦੌਰੇ ਆਰੰਭ ਕਰ ਦਿੱਤੇ। ਉਹਨਾਂ ਪ੍ਰਚਾਰ ਦੌਰਿਆਂ ਦੇ ਨਾਲ ਮਹਾਰਾਜ ਨੇ ਗੁਰਮਤਿ ਵਿਚਾਰਧਾਰਾ ਦਾ ਪ੍ਰਚਾਰ ਕੀਤਾ, ਲੋਕਾਂ ਨੂੰ ਕਰਮ ਕਾਂਡਾਂ ਦੇ ਵਿੱਚੋਂ, ਵਹਿਮਾਂ ਭਰਮਾਂ ਦੇ ਵਿੱਚੋਂ ਕੱਢਿਆ, ਇੱਕ ਸਹੀ ਮਾਰਗ, ਸਹੀ ਦਿਸ਼ਾ ਦਿਖਾਈ। ਇਸੇ ਲੜੀ ਤਹਿਤ ਮਹਾਰਾਜ ਵੱਖ-ਵੱਖ ਇਲਾਕਿਆਂ ਵਿੱਚ ਪ੍ਰਚਾਰਕ ਥਾਪਦੇ ਸੀ। ਪ੍ਰਚਾਰਕ ਦਾ ਅਰਥ ਹੁੰਦਾ ਜੋ ਗੁਰਮਤਿ ਦੀ ਗੱਲ ਕਰਦਾ ਸੀ, ਗੁਰਬਾਣੀ ਦੀ ਗੱਲ ਕਰਦਾ ਸੀ।
ਕਿਉਂਕਿ ਇਲਾਕਿਆਂ ਵਿੱਚ, ਨਗਰਾਂ ਵਿੱਚ ਪ੍ਰਚਾਰਕ ਥਾਪੇ ਜਾਂਦੇ ਸੀ, ਉਹ ਸੇਵਾ ਵੀ ਸਭ ਕੁਝ ਕਰਦੇ ਸੀ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪ੍ਰਚਾਰ ਕੀਤਾ, ਤੀਸਰੇ ਮਹਾਰਾਜ ਨੇ ਪ੍ਰਚਾਰ ਕੀਤਾ। ਗੁਰੂ ਅਮਰਦਾਸ ਮਹਾਰਾਜ ਨੇ ਧਰਮ ਪ੍ਰਚਾਰ ਲਈ 22 ਮੰਜੀਆਂ ਤੇ 52 ਪੀੜੇ ਸਥਾਪਿਤ ਕੀਤੇ। ਸਿੱਖੀ ਤੇਜ਼ੀ ਨਾਲ ਫੈਲ ਰਹੀ ਸੀ, ਸਿੱਖੀ ਦਾ ਜਿਹੜਾ ਪ੍ਰਭਾਵ ਵੱਧ ਰਿਹਾ ਸੀ ਦਿਨੋਂ ਦਿਨ। ਗੁਰੂ ਸਾਹਿਬਾਨ ਨੇ ਬੜੇ ਯਤਨ ਕਰ ਰਹੇ ਸੀ। ਗੁਰੂ ਰਾਮਦਾਸ ਮਹਾਰਾਜ ਨੇ ਮਸੰਦ ਪ੍ਰਥਾ ਕਾਇਮ ਕਰ ਦਿੱਤੀ, ਥਾਪ ਦਿੱਤੀ। ਕੱਲ ਆਪਾਂ ਗੱਲ ਕਰ ਰਹੇ ਸੀ, ਮਸੰਦਾਂ ਦਾ ਜਿਹੜਾ ਕੰਮ ਹੁੰਦਾ ਸੀ ਨਾ, ਉਹ ਕੰਮ ਸੀ ਕਾਰ ਭੇਟਾ ਉਗਰਾਉਣੀ, ਉਗਰਾਹੀ ਕਰਨੀ ਸੰਗਤਾਂ ਦੇ ਕੋਲੋਂ। ਗੁਰੂ ਘਰ ਲਈ ਜੋ ਮਾਇਆ ਆਉਂਦੀ ਸੀ, ਗੁਰੂ ਘਰ ਦੇ ਲਈ ਜੋ ਰਸਤਾ ਭੇਜੀਆਂ ਜਾਂਦੀਆਂ ਸੀ, ਮਸੰਦ ਇਕੱਠੀਆਂ ਕਰਕੇ ਅੰਮ੍ਰਿਤਸਰ ਸਾਹਿਬ, ਦਰਬਾਰ ਸਾਹਿਬ ਦੀ ਧਰਤੀ ਲੈ ਕੇ ਜਾਇਆ ਕਰਦੇ ਸੀ, ਕਿਉਂਕਿ ਉੱਥੇ ਲੰਗਰ ਚੱਲਦੇ ਸੀ, ਉੱਥੇ ਕਾਰਜ ਸੇਵਾ ਚੱਲ ਰਹੀ ਸੀ। ਨਾਲ ਇਹ ਮਸੰਦ ਧਰਮ ਦਾ ਪ੍ਰਚਾਰ ਵੀ ਕਰਦੇ ਸੀ, ਗੁਰਬਾਣੀ ਦਾ ਪ੍ਰਚਾਰ ਕਰਦੇ ਸੀ, ਗੁਰਬਾਣੀ ਪੜ੍ਹਦੇ ਸੀ। ਤੀਸਰੇ ਪਾਤਸ਼ਾਹ ਦੁਆਰਾ ਨਿਯੁਕਤ ਕੀਤੇ ਜਿਹੜੇ ਮੰਜੀਦਾਰ ਸੀ, ਪੀੜੇਦਾਰ ਨਾਲ ਸੰਪਰਕ ਰੱਖਦੇ ਸੀ ਮੰਜੀਦਾਰ, ਇਹਨਾਂ ਨੂੰ ਪ੍ਰਚਾਰ ਕੇਂਦਰ ਆਪਾਂ ਕਹਿ ਸਕਦੇ ਹਾਂ ਜੀ। ਸਾਰੀ ਇਕੱਤਰ ਕੀਤੀ ਮਾਇਆ ਗੁਰੂ ਕੇ ਦਰਬਾਰ ਵਿੱਚ ਪਹੁੰਚਦੀ ਸੀ। ਇਹ ਜਿੱਥੇ ਜਿੱਥੇ ਵੀ ਇਹ ਸੇਵਾ ਕਰਦੇ ਸੀ, ਗੁਰੂ ਕੇ ਹੁਕਮਨਾਮਿਆਂ ਦੁਆਰਾ, ਜਿਹੜੇ ਹੁਕਮਨਾਮੇ ਹੁੰਦੇ ਸੀ, ਹੁਕਮਨਾਮਿਆਂ ਨੂੰ ਅੱਗੇ ਭੇਜਣਾ, ਅੱਗੇ ਪ੍ਰਚਾਰ ਕਰਨਾ। ਬਹੁਤ ਵੱਡੇ ਪੱਧਰ ਤੇ ਸਤਿਗੁਰੂ ਮਹਾਰਾਜ ਇਹ ਕਾਰਜ ਕਰਦੇ ਰਹੇ ਨੇ, ਮਸੰਦ ਇਹ ਕਾਰਜ ਕਰਦੇ ਰਹੇ ਨੇ ਗੁਰੂ ਘਰ ਦੇ ਲਈ। ਇਤਿਹਾਸ ਵਿੱਚ ਸਤਿਗੁਰੂ ਮਹਾਰਾਜ ਜਦੋਂ ਪੜ੍ਹਦੇ ਵਿਚਾਰਦੇ ਆ ਜੀ ਇਤਿਹਾਸ ਨੂੰ, ਗੁਰੂ ਰਾਮਦਾਸ ਜੀ ਨੇ ਭਾਈ ਗੁਰਦਾਸ ਜੀ ਨੂੰ ਪੂਰਬੀ ਭਾਰਤ ਵਿੱਚ ਧਰਮ ਪ੍ਰਚਾਰ ਲਈ ਭੇਜਿਆ ਸੀ। ਭਾਈ ਗੁਰਦਾਸ ਜੀ ਜਿੱਥੇ ਗੁਰੂ ਘਰ ਦਾ ਪ੍ਰਚਾਰ ਕਰਦੇ ਸੀ, ਉੱਥੇ ਗੁਰੂ ਘਰ ਲਈ ਜੋ ਵੀ ਕੋਈ ਰਸਤ ਦਿੰਦਾ ਸੀ, ਉਹ ਪਾਤਸ਼ਾਹ ਜੀ ਦੇ ਕੋਲ ਪਹੁੰਚਾਉਂਦੇ ਸੀ। ਬਹੁਤ ਸੂਝਵਾਨ ਕਵੀ, ਸੂਝਵਾਨ ਵਿਦਵਾਨ, ਗਿਆਨੀ, ਬਹੁਤ ਤਕੜੇ ਲਿਖਾਰੀ ਭਾਈ ਗੁਰਦਾਸ ਜੀ। ਉਹ ਆਗਰੇ ਦੀ ਧਰਤੀ ਅਤੇ ਕਾਂਸ਼ੀ ਦੇ ਵਿੱਚ ਆਪਣਾ ਨਿਵਾਸ ਉਹਨਾਂ ਨੇ ਰੱਖਿਆ। ਆਸ-ਪਾਸ ਦੇ ਇਲਾਕਿਆਂ ਵਿੱਚ, ਜਿਹੜਾ ਇੱਧਰ ਦਾ ਇਲਾਕਾ ਸੀ ਆਗਰੇ ਵਾਲਾ ਇਲਾਕਾ, ਆਗਰੇ ਵਾਲੇ ਇਲਾਕੇ ਦੇ ਵਿੱਚ ਭਾਈ ਗੁਰਦਾਸ ਜੀ ਆਪਣਾ ਪ੍ਰਚਾਰ ਕਰਦੇ ਰਹੇ ਨੇ। ਇਸੇ ਤਰ੍ਹਾਂ ਸਤਿਗੁਰ ਮਹਾਰਾਜ ਬਹੁਤ ਵੱਡੇ ਪੱਧਰ ਤੇ, ਬਹੁਤ ਉੱਚੇ ਪੱਧਰ ਤੇ ਯਤਨ ਕਰਦੇ ਰਹੇ ਨੇ ਵੀ ਆਪਣੇ ਵਿਰਸੇ ਨੂੰ ਸੰਭਾਲਿਆ ਜਾਵੇ, ਸਾਡੀ ਵਿਰਾਸਤ ਨੂੰ ਸੰਭਾਲਿਆ ਜਾਵੇ। ਅਸਲ ਸਾਡਾ ਸੱਭਿਆਚਾਰ ਕੀ ਹੈ, ਸਾਡਾ ਵਿਰਸਾ ਕੀ ਹੈ। ਗੁਰੂ ਰਾਮਦਾਸ ਮਹਾਰਾਜ ਨੇ ਆਪਣੀ ਬਾਣੀ ਵਿੱਚ, ਗੁਰੂ ਨਾਨਕ ਪਾਤਸ਼ਾਹ ਜੀ, ਅਮੀਰ ਵਿਰਸੇ ਦੀ ਗੱਲ ਕਰ ਲਓ, ਬਾਣੀ ਦੀ ਗੱਲ ਕਰ ਲਓ, ਅਜਿਹੀਆਂ ਸਾਖੀਆਂ ਘਟਨਾਵਾਂ ਦਾ ਜ਼ਿਕਰ ਆਉਂਦਾ ਜੀ ਇਤਿਹਾਸ ਵਿੱਚ, ਜੋ ਗੁਰਮਤਿ ਮਾਰਗ ਦੀ ਉੱਚਤਾ ਨੂੰ ਦਰਸਾਉਂਦੀਆਂ ਨੇ, ਗੁਰਮਤਿ ਮਾਰਗ ਦਾ ਰਾਹ ਦਿਖਾਉਂਦੀਆਂ ਨੇ। ਬੜਿਆਂ ਲੋਕਾਂ ਨੇ ਗੁਰੂ ਘਰ ਦੀ ਨਿੰਦਿਆ ਵੀ ਕੀਤੀ, ਗੁਰੂਆਂ ਦੀ ਨਿੰਦਿਆ ਕੀਤੀ, ਪਰ ਗੁਰੂ ਸਾਹਿਬ ਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ। ਜੋ ਉਹਨਾਂ ਦਾ ਫਰਜ਼ ਬਣਦਾ ਸੀ ਸਿੱਖ ਧਰਮ ਦੇ ਪ੍ਰਚਾਰ ਦੇ ਲਈ, ਪ੍ਰਸਾਰ ਦੇ ਲਈ, ਉਹ ਯਤਨ ਕਰਦੇ ਰਹੇ ਨੇ। ਬੜੇ ਵਾਕਮਾਲ ਦੇ ਯਤਨ ਰਹੇ ਨੇ। ਸਤਿਗੁਰੂ ਮਹਾਰਾਜ ਘਬਰਾਏ ਨਹੀਂ, ਡੋਲੇ ਨਹੀਂ, ਨਿਰੰਤਰ ਇੱਕ ਚਾਲ ਚੱਲ ਕੇ ਸਿੱਖੀ ਦਾ ਅਸਲ ਮਾਰਗ ਲੋਕਾਂ ਨੂੰ ਦਿਖਾਉਂਦੇ ਰਹੇ ਨੇ। ਵਹਿਮਾਂ ਭਰਮਾਂ ਤੇ ਕਰਮ ਕਾਂਡਾਂ ਵਿੱਚੋਂ ਕੱਢਦੇ ਰਹੇ ਨੇ। ਗੁਰੂ ਕਿਰਪਾ ਕਰੇ ਜੀ। ਕੱਲ੍ਹ ਨੂੰ ਆਪਾਂ ਅਗਲੇਰੀ ਵਿਚਾਰ ਕਰਾਂਗੇ। ਅੱਜ ਆਪਾਂ ਜਿਹੜੀ ਵਿਚਾਰ ਕਰ ਰਹੇ ਸੀ ਧਰਮ ਪ੍ਰਚਾਰ ਲਈ ਯਤਨ, ਬਹੁਤ ਵੱਡੇ ਪੱਧਰ ਤੇ ਸਤਿਗੁਰੂ ਜੀ ਨੇ ਯਤਨ ਕੀਤੇ ਨੇ। ਲੋੜਵੰਦਾਂ ਦੀ ਲੋੜ ਪੂਰੀ ਕਰਨੀ, ਭੁੱਖਿਆਂ ਨੂੰ ਲੰਗਰ ਦਾ ਪ੍ਰਬੰਧ ਕਰਵਾਉਣਾ, ਕੱਪੜੇ ਨਹੀਂ ਜਿਨ੍ਹਾਂ ਕੋਲ ਕੱਪੜਿਆਂ ਦਾ ਪ੍ਰਬੰਧ ਕਰਾਉਣਾ। ਪ੍ਰਚਾਰ ਦੀ ਵਿੱਚੋਂ ਗੁਰੂ ਸਾਹਿਬ ਜੀ ਬਹੁਤ ਲੋਕਾਂ ਦਾ ਇਲਾਜ ਵੀ ਕਰਾਉਂਦੇ ਰਹੇ ਨੇ। ਜਿੱਥੇ ਧਰਮ ਦਾ ਪ੍ਰਚਾਰ ਹੁੰਦਾ ਸੀ, ਨਾਲ ਨਾਲ ਸਰੀਰਕ ਤੌਰ ਤੇ ਵੀ ਲੋਕਾਂ ਦੀ ਦੇਖਭਾਲ ਮਹਾਰਾਜ ਕਰਦੇ ਰਹੇ ਨੇ। ਇਹ ਅੱਜ ਲੋੜ ਆ ਜੀ ਸਮੇਂ ਦੇ ਅੰਦਰ। ਮੈਂ ਬਹੁਤ ਵਾਰ ਗੱਲ ਕੀਤੀ ਵੀ ਅਸਲ ਦਾਨ ਕਹਿ ਲਓ, ਅਸਲ ਸੇਵਾ ਕਹਿ ਲਓ, ਹੀ ਹੈ ਕਿਸੇ ਲੋੜਵੰਦ ਬੰਦੇ ਨੂੰ ਉੱਪਰ ਉਠਾਉਣਾ, ਉੱਪਰ ਚੁੱਕਣਾ। ਸਤਿਗੁਰੂ ਮਹਾਰਾਜ ਨੇ ਆਪਣੀ ਜ਼ਿੰਦਗੀ ਵਿੱਚ ਇਹ ਕਾਰਜ ਬਹੁਤ ਵੱਡੇ ਪੱਧਰ ਤੇ ਕੀਤੇ ਨੇ। ਗੁਰੂ ਕਿਰਪਾ ਕਰੇ ਜੀ। ਰਹਿੰਦੀ ਜਿਹੜੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ। ਇਸੇ ਤਰ੍ਹਾਂ ਲੜੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀਏ, ਆਪਣੇ ਆਪੇ ਨੂੰ ਸਵਾਰੀਏ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਅੰਤ ਵਿੱਚ ਫਤਿਹ ਨਾਲ ਪਾਓ ਸਾਂਝ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ